ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਦੇਖੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਪੀਸੀਐਸ ਦੇ ਨੋਮੀਨੇਸ਼ਨ ਵਾਲੇ ਰਿਕਰੂਟਮੈਂਟ ਐਗਜ਼ਾਮੀਨੇਸ਼ਨ ਬਾਰੇ। ਨਾ ਤੁਸੀਂ ਜਾਣਦੇ ਹੋ ਇਸ ਦੀ ਨੋਟੀਫਿਕੇਸ਼ਨ ਆਊਟ ਹੈ ਤੇ ਤੁਸੀਂ ਅਜੇ ਤੱਕ ਚੇਤਨ ਸਰ ਦੀ ਵੀਡੀਓ ਦੇਖ ਚੁੱਕੇ ਹੋ, ਆਈ ਐਮ ਹੋਪਿੰਗ। ਠੀਕ ਹੈ, ਬਾਕੀ ਜੇ ਕੋਈ ਤੁਹਾਨੂੰ ਡਾਊਟ ਹੈਗਾ ਕਿ ਕਿਹੜੇ EMPLOYEES ਐਲੀਜੀਬਲ ਹੈਗੇ ਆ ਕਿਹੜੇ ਨਹੀਂ ਹੈਗੇ ਆ, ਫਾਰਮ ਕਿਸ ਤਰ੍ਹਾਂ ਭਰਨਾ ਹੈ, ਤਾਂ ਤੁਸੀਂ ਯੂ ਕੈਨ ਆਸਕ ਅਸ ਆਊਟ, ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ। ਵੀ ਵਿਲ ਕਲੈਰੀਫਾਈ ਆਲ ਯੋਰ ਕੁਐਰੀਜ਼। ਬਾਕੀ ਅਸੀਂ ਨਾ ਐਗਜ਼ਾਮੀਨੇਸ਼ਨ ਵੱਲ ਥੋੜਾ ਜਿਹਾ ਧਿਆਨ ਦਿੰਦੇ ਹਾਂ। ਠੀਕ ਹੈ ਨਾ, ਪਾਸਟ ਈਅਰ ਦੇ ਪੇਪਰਸ ਦੇ ਐਨਾਲਿਸਿਸ ਦੇ ਹਿਸਾਬ ਨਾਲ ਨਾ ਅਸੀਂ ਤੁਸੀਂ ਜਾਣਦੇ ਹੋ ਤੇ ਸਿਲੇਬਸ ਨੂੰ ਵੀ ਜੇ ਅਸੀਂ ਦੇਖੀਏ ਤਾਂ ਇਕਨੋਮੀ ਦਾ ਜਿਹੜਾ ਪੋਰਸ਼ਨ ਹੈ ਉਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਤੁਸੀਂ ਸਿਲੇਬਸ ਪ੍ਰੋਪਰ ਤਰੀਕੇ ਨਾਲ ਦੇਖੋਗੇ ਤਾਂ ਇਕਨੋਮੀ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗਾ, ਰਾਈਟ। ਪਰ ਤੁਹਾਡੇ ਸਿਲੇਬਸ ਦੇ ਵਿੱਚ ਖਾਸ ਕਰ ਲਿਖਿਆ ਹੋਇਆ ਹੈ ਜੀਕੇ, ਜਨਰਲ ਨੌਲੇਜ, ਤੇ ਜਨਰਲ ਨੌਲੇਜ ਦੇ ਵਿੱਚ ਆਪੇ ਹੀ ਕਰੰਟ ਅਫੇਅਰਸ ਵੀ ਆ ਜਾਂਦੇ ਆ, ਰਾਈਟ। ਤਾਂ ਜੀਕੇ ਦੇ ਵਿੱਚ ਤਾਂ ਇਕਨੋਮੀ ਵੀ ਆਟੋਮੈਟਿਕਲੀ ਇੰਕਲੂਡਡ ਹੁੰਦੀ ਹੈ। ਹਾਂ, ਡੈਪਥ ਦੇ ਵਿੱਚ ਇਕਨੋਮੀ ਤੁਹਾਨੂੰ ਪੜਨ ਦੀ ਲੋੜ ਨਹੀਂ, ਬਟ ਹਾਂ ਜਦ ਤੱਕ ਜਿੱਥੇ ਅਸੀਂ ਜੀਕੇ ਦੀ ਗੱਲ ਕਰ ਰਹੇ ਹਾਂ ਤਾਂ ਬਰੀਫ ਇਕਨੋਮੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਹ ਆਪਾਂ ਦੇਖ ਸਕਦੇ ਹਾਂ ਪਿਛਲੇ ਪੇਪਰਸ ਤੋਂ ਵੀ। ਠੀਕ ਹੈ, ਪਿਛਲੇ ਪੇਪਰਸ ਦੇ ਵਿੱਚ ਵੀ ਨਾ ਇਕਨੋਮੀ ਸਿਲੇਬਸ ਦੇ ਵਿੱਚ ਨਹੀਂ ਸੀਗਾ, ਬਟ ਜੀਕੇ ਸਿਲੇਬਸ ਦੇ ਵਿੱਚ ਸੀਗਾ। ਐਂਡ ਥਰੂ ਜੀਕੇ ਦੇ ਹੈਵ ਆਸਕਡ 2-3 ਕੁਐਸਚਨਸ ਇਨ ਯੋਰ ਐਗਜ਼ਾਮੀਨੇਸ਼ਨ, ਰਾਈਟ। ਮੈਂ ਤੁਹਾਡੇ ਨਾਲ ਡਿਸਕਸ ਕਰਦਾ ਜਿਹੜੇ ਪਿਛਲੇ ਕੁਐਸਚਨ ਸੀਗੇ, ਪਿਛਲੇ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜੇ ਪਾਸਟ ਈਅਰ ਪੇਪਰ ਸੀਗੇ ਉਹਨਾਂ ਦੇ ਵਿੱਚ ਇਕਨੋਮੀ ਦੇ ਕਿਹੜੇ ਕੁਐਸਚਨ ਸੀ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ। ਬਟ ਮੈਂ ਤੁਹਾਨੂੰ ਦੁਬਾਰਾ ਰਿਮਾਈਂਡ ਕਰ ਰਿਹਾ ਕਿ ਇਕਨੋਮੀ ਤੁਹਾਡੇ ਸਿਲੇਬਸ 'ਚ ਨਹੀਂ ਹੈਗਾ, ਜੀਕੇ ਹੈਗਾ ਨਾ। ਜੀਕੇ ਦੇ ਵਿੱਚ ਇਕਨੋਮੀ ਵੀ ਆ ਜਾਂਦੀ ਹੈ, ਕਰੰਟ ਅਫੇਅਰਸ ਵੀ ਆ ਜਾਂਦੇ ਆ, ਥੋੜੇ ਬਹੁਤੇ ਪੋਲਿਟੀ ਵੀ ਆ ਜਾਂਦੀ ਹੈ, ਰਾਈਟ। ਜੀਕੇ ਦੇ ਵਿੱਚ ਆਲਮੋਸਟ ਸਾਰਾ ਕੁਝ ਆ ਜਾਂਦਾ। ਤਾਂ ਤੁਸੀਂ ਘਬਰਾਓ ਨਾ, ਜੀਕੇ ਦੇ ਰਾਹੀਂ ਅਸੀਂ ਤੁਹਾਡੀ ਸਾਰੀ ਜਨਰਲ ਨੌਲੇਜ ਦੇ ਜਿਹੜੇ ਵੀ ਫੈਕਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ ਫॉर योर ਐਗਜ਼ਾਮੀਨੇਸ਼ਨ, ਉਹ ਅਸੀਂ ਸਾਰਾ ਕਵਰ ਕਰ ਦਾਂਗੇ। ਜੀਕੇ ਦਾ ਅਸੀਂ ਇੱਕ ਪ੍ਰੋਪਰ ਮੋਡਿਊਲ ਰੱਖਾਂਗੇ ਜਿਸ ਦੇ ਵਿੱਚ ਅਸੀਂ ਸਾਰੀ ਜੀਕੇ ਤੁਹਾਡੀ ਕਵਰ ਕਰ ਲਾਂਗੇ, ਭਾਵੇਂ ਉਹ ਇਕਨੋਮੀ ਹੋਵੇ, ਭਾਵੇਂ ਪੋਲਿਟੀ, ਭਾਵੇਂ ਆਪਣੀ ਹਿਸਟਰੀ, ਭਾਵੇਂ ਕਰੰਟ ਅਫੇਅਰਸ, ਕੁਝ ਵੀ ਹੋਵੇ। ਜੀਕੇ ਦਾ ਇੱਕ ਸੈਪਰੇਟ ਪ੍ਰੋਪਰ ਮੋਡਿਊਲ ਅਸੀਂ ਕਵਰ ਕਰਾਂਗੇ, ਰਾਈਟ। ਬਟ ਧਿਆਨ ਰੱਖਿਓ, ਇਕਨੋਮੀ ਕਿਉਂਕਿ ਸਿਲੇਬਸ ਦੇ ਵਿੱਚ ਨਹੀਂ ਹੈ ਤਾਂ ਵਿਦਿਨ ਜੀਕੇ ਜਿਹੜੀ ਇਕਨੋਮੀ ਉਹ ਪੁੱਛਣਗੇ ਉਹ ਬਹੁਤ ਹੀ ਸੌਖੀ ਹੋਣੀ ਹੈ। ਉੱਪਰੋਂ ਹੀ ਪੁੱਛਣਾ ਇਹਨਾਂ ਨੇ, ਤੇ ਆਪਣਾ ਕਰੰਟ ਅਫੇਅਰਸ ਹੀ ਕਵਰ ਕਰਨਗੇ। ਇਕਨੋਮੀ ਦੇ ਕਰੰਟ ਅਫੇਅਰਸ ਹੀ ਅਸੀਂ ਕਵਰ ਕਰਨੇ ਆ, ਰਾਈਟ ਨਾ। ਜੀਕੇ ਦਾ ਮੋਡਿਊਲ ਅਸੀਂ ਸੈਪਰੇਟਲੀ ਪ੍ਰੋਪਰ ਤਰੀਕੇ ਨਾਲ ਕਵਰ ਕਰ ਲਾਂਗੇ ਨਾ। ਪਾਸਟ ਈਅਰ ਪੇਪਰ ਜੇ ਅਸੀਂ ਦੇਖੀਏ ਨਾ, ਦੇਖੋ ਪਿਛਲੇ ਸਾਲ ਨਾ, ਪਿਛਲੀ ਵਾਰੀ ਜਦ ਪੇਪਰ ਹੋਇਆ ਸੀ ਇਹ 3 ਕੁਐਸਚਨਸ ਪੁੱਛੇ ਸੀ ਇਹਨਾਂ ਨੇ, ਠੀਕ ਹੈ। ਤੇ these 3 questions are related to current affairs, these 3 questions are related to briefly related to economy, but they form a part of this umbrella term called GK, right। देखो पहला क्वेश्चन मैं दिखाना ਤੁਹਾਨੂੰ। A standing committee led by Dr. Somaiya recently, क्योंकि current affairs ਚ ਸੀਗਾ, submitted its report on the code on wages 2017 based on the recommendations of the committee। Statement 1 हैगी है, the central government may set separate national minimum wages for different states or regions of the country. State governments must be consulted before national minimum wages set by the central government. Which of the above is are correct? एक और चीज, ਜਿਹੜਾ ਪਿਛਲੇ ਤੋਂ ਪਿਛਲੇ ਵਾਰੀ ਪੇਪਰ ਹੋਇਆ ਸੀ ਨਾ ਉਹ ਫਿਰ ਵੀ ਸੌਖਾ ਸੀਗਾ, ਬਹੁਤ ਹੀ ਸੌਖਾ ਸੀਗਾ। ਪਰ ਜਿਹੜਾ ਲੇਟੈਸਟ ਲਾਸਟ ਵਾਲਾ ਪੇਪਰ ਹੋਇਆ ਸੀ ਉਸ ਪੇਪਰ ਦੇ ਵਿੱਚ ਇਹਨਾਂ ਨੇ ਲੈਵਲ ਠੀਕ ਠਾਕ ਚੱਕਤਾ ਸੀਗਾ, ਤੇ ਅਸੀਂ ਐਕਸਪੈਕਟ ਕਰ ਸਕਦੇ ਹਾਂ ਕਿ ਇਸ ਵਾਰੀ ਜਿਹੜਾ ਪੇਪਰ ਹੋਣਾ ਉਸ ਦੇ ਵਿੱਚ ਤਾਂ ਲੈਵਲ ਠੀਕ ਠਾਕ ਉੱਤੇ ਹੋਣਾ, ਰਾਈਟ। ਤਾਂ ਸਾਨੂੰ ਤਿਆਰੀ ਪ੍ਰੋਪਰ ਤਰੀਕੇ ਨਾਲ ਕਰਨੀ ਹੈ, ਲੈਵਲ ਠੀਕ ਠਾਕ ਹੋਊਗਾ। ਤੁਸੀਂ ਪ੍ਰੀਵੀਅਸ ਤੋਂ ਪ੍ਰੀਵੀਅਸ ਈਅਰ ਕੁਐਸਚਨਸ ਤੇ ਨਾ ਜਾਓ। ਪ੍ਰੀਵੀਅਸ ਤੋਂ ਪ੍ਰੀਵੀਅਸ ਈਅਰ ਕੁਐਸਚਨਸ ਤਾਂ ਬਿਲਕੁਲ ਹੀ ਕੁਝ ਵੀ ਨਹੀਂ ਸੀਗੇ। ਇਹ ਜਿਹੜਾ ਪ੍ਰੀਵੀਅਸ ਪੇਪਰ ਸੀਗਾ ਉਸ ਦੇ ਵਿੱਚ ਠੀਕ ਠਾਕ ਲੈਵਲ ਦੇ ਕੁਐਸਚਨ ਸੀਗੇ, ਤੇ ਇਸ ਵਾਰੀ ਵੀ ਇਹਨਾਂ ਨੇ ਲੈਵਲ ਚੱਕ ਕੇ ਹੀ ਰੱਖਣਾ ਹੈ। ਤਿਆਰੀ ਆਪਾਂ ਪ੍ਰੋਪਰ ਕਰਨੀ ਹੈ ਨਾ। ਇਸ ਕੁਐਸਚਨ ਦੀ ਜੇ ਅਸੀਂ ਗੱਲ ਕਰੀਏ ਤਾਂ ਉਸ ਵੇਲੇ ਜਿਹੜੀ ਡਾਕਟਰ ਸੁਮਈਆ ਕਮੇਟੀ ਸੀਗੀ ਨਾ, ਉਹਨਾਂ ਨੇ ਰეკਮੈਂਡੇਸ਼ਨ ਦਿੱਤੀ ਸੀ ਕਿ ਯਾਰ ਜਿਹੜੀ ਮਿਨੀਮਮ ਵੇਜਸ ਹੈਗੀ ਹੈ ਨਾ ਉਹ ਸੈਂਟਰਲ ਗਵਰਨਮੈਂਟ ਪੂਰੀ ਨੈਸ਼ਨਲ ਲੈਵਲ ਦੀ ਨਾ ਸੈੱਟ ਕਰੇ, ਹਰੇਕ ਰੀਜਨ ਦੀ ਸੈੱਟ ਕਰ ਦੇ। ਬਿਕੋਜ਼ ਹਰੇਕ ਰੀਜਨ ਦੇ ਵਿੱਚ ਨਾ ਮਹਿੰਗਾਈ ਦਾ ਲੈਵਲ ਵੀ ਵੱਖਰਾ ਹੈਗਾ। ਪੰਜਾਬ ਦੇ ਵਿੱਚ ਮਹਿੰਗਾਈ ਜ਼ਿਆਦਾ ਹੋਣੀ ਹੈ, ਮੱਧ ਪ੍ਰਦੇਸ਼ ਦੇ ਵਿੱਚ ਮਹਿੰਗਾਈ ਘੱਟ ਹੋਣੀ ਹੈ, ਤਾਂ ਇਸੇ ਹਿਸਾਬ ਨਾਲ ਮੱਧ ਪ੍ਰਦੇਸ਼ ਦੇ ਵਿੱਚ ਮਿਨੀਮਮ ਵੇਜਸ ਵੀ ਘੱਟ ਹੋਣੀ ਚਾਹੀਦੀਆਂ ਤੇ ਪੰਜਾਬ ਦੇ ਵਿੱਚ ਮਿਨੀਮਮ ਵੇਜਸ ਜ਼ਿਆਦਾ ਹੋਣੀ ਚਾਹੀਦੀਆਂ। ਤਾਂ ਸੈਂਟਰਲ ਗਵਰਨਮੈਂਟ ਕੋਲੇ ਪਾਵਰ ਹੋਣੀ ਚਾਹੀਦੀ ਹੈ ਕਿ ਉਹ ਰੀਜਨ ਸਪੈਸੀਫਿਕ, ਸਟੇਟ ਸਪੈਸੀਫਿਕ ਮਿਨੀਮਮ ਵੇਜਸ ਸੈੱਟ ਕਰ ਸਕਣ। ਇਹ ਰეკਮੈਂਡੇਸ਼ਨ ਦਿੱਤੀ ਸੀ, ਬਿਲਕੁਲ ਦਿੱਤੀ ਸੀ ਇਹਨਾਂ ਨੇ। ਦੂਜਾ, ਕਿਸੇ ਵੀ ਸਟੇਟ ਦੀ ਜੇ ਤੁਸੀਂ ਮਿਨੀਮਮ ਵੇਜ ਸੈੱਟ ਕਰਨੀ ਹੈ, ਸੈਂਟਰਲ ਗਵਰਨਮੈਂਟ ਨੇ ਸੈੱਟ ਕਰਨੀ ਹੈ, ਤਾਂ ਸਟੇਟ ਗਵਰਨਮੈਂਟ ਨੂੰ ਜ਼ਰੂਰ ਕੰਸਲਟ ਕਰਨਾ, ਬਿਕੋਜ਼ ਸਟੇਟ ਗਵਰਨਮੈਂਟ ਨੂੰ ਪਤਾ ਹੁੰਦਾ ਉਸ ਏਰੀਆ ਦੇ ਬਾਰੇ, ਲੋਕਲ ਗਵਰਨਮੈਂਟ ਹੈਗੀ ਹੈ ਨਾ ਉਹ। ਇਸੇ ਕਰਕੇ ਇਹ ਸਟੇਟਮੈਂਟ ਵੀ ਬਿਲਕੁਲ ਸਹੀ ਹੈ। ਇਸ ਕੁਐਸਚਨ ਦਾ ਆਨਸਰ ਤਾਂ ਸੀ ਹੈਗਾ, ਰਾਈਟ। ਦੂਜਾ ਕੁਐਸਚਨ ਅਸੀਂ ਦੇਖੀਏ,
ਵਿਦ ਰੈਫਰੈਂਸ ਟੂ ਚਿਟ ਫੰਡ ਸਕੈਮਸ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਸੀਗੇ ਉਸ ਵੇਲੇ, ਰਾਈਟ? ਇਸੇ ਕਰਕੇ ਇਹਨਾਂ ਨੇ ਪੁੱਛ ਲਿਆ। ਮੈਂ ਉਹੀ ਕਹਿ ਰਿਹਾ, ਜੀਕੇ ਤੇ ਕਰੰਟ ਅਫੇਅਰਸ ਤੋਂ ਹੀ ਪੁੱਛਣੇ ਇਹਨਾਂ ਨੇ ਇਕਨੋਮੀ ਦੇ ਸਵਾਲ, ਕਿਉਂਕਿ ਇਕਨੋਮੀ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈਗੀ ਹੈ। With reference to chit funds, consider the following statements. Now, chit funds ਨਾ ਇੱਕ ਤਰ੍ਹਾਂ ਦੇ ਅਸੀਂ ਸੁਣਿਆ ਨਾ ਕਿ ਕਮੇਟੀ ਪਾਉਂਦੇ ਆ ਲੋਕੀ, ਹੈਨਾ? ਤਾਂ ਵੱਡੇ ਲੈਵਲ ਤੇ ਕਮੇਟੀ ਪਾਉਣ ਦਾ ਸਿਸਟਮ ਜਿਹੜਾ ਹੈਗਾ ਉਹ ਚਿਟ ਫੰਡਸ ਵੀ ਬਿਲਕੁਲ ਵੱਡੇ ਲੈਵਲ ਦੀ ਕਮੇਟੀ ਹੀ ਹੁੰਦੀ ਹੈ। A chit fund is a rotating saving cum credit association system. ਬਿਲਕੁਲ ਸਹੀ, ਉਹੀ ਕਮੇਟੀ ਵਾਲਾ ਸਿਸਟਮ ਹੈ, ਰੋਟੇਟਿੰਗ ਸਿਸਟਮ ਹੈਗਾ। No collateral is usually required to participate in a chit fund. ਬਿਲਕੁਲ, ਜੇ ਤੁਸੀਂ ਚਿਟ ਫੰਡ ਸਿਸਟਮ ਜਾਂ ਕਮੇਟੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਤੁਹਾਨੂੰ ਕੋਲੈਟਰਲ ਰੱਖਣ ਦੀ ਲੋੜ ਨਹੀਂ ਹੁੰਦੀ, ਠੀਕ ਹੈ? ਬਿਲਕੁਲ ਸਹੀ ਹੈਗਾ। both center and states can frame legislation regarding chit funds. ਸੈਂਟਰਲ ਗਵਰਨਮੈਂਟ ਵੀ ਰੈਗੂਲੇਟ ਕਰ ਸਕਦੀ ਹੈ ਚਿਟ ਫੰਡ ਦੀ ਸਕੀਮ ਨੂੰ। ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਚਿਟ ਫੰਡਸ ਹੋਣੇ ਆ, ਕੀ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਕਰਨੇ ਚਾਹੀਦੇ ਆ ਇਹਨਾਂ ਚਿਟ ਫੰਡਸ ਨੂੰ, ਤੇ ਸਟੇਟ ਗਵਰਨਮੈਂਟ ਵੀ ਉਹ ਰੂਲਸ ਐਂਡ ਰੈਗੂਲੇਸ਼ਨਸ ਫਰੇਮ ਕਰ ਸਕਦੀ ਹੈ, ਰਾਈਟ? ਬੋਥ ਸੈਂਟਰ ਐਂਡ ਸਟੇਟਸ ਹੈਵ ਕੰਕਰੈਂਟ ਪਾਵਰਸ ਓਵਰ ਦਿਸ ਸਬਜੈਕਟ। ਤਾਂ ਇਹ ਵੀ ਸਹੀ ਹੈਗਾ ਤੇ ਆਨਸਰ ਤਾਂ ਹੈਗਾ ਤੁਹਾਡਾ ਸੀ, ਰਾਈਟ? ਨੈਕਸਟ, which among the following countries have recently initiated complaints against India's sugar subsidies at the World Trade Organization? ਦੇਖੋ ਇਹ ਵਾਲਾ ਕੁਐਸਚਨ ਵੀ ਨਿਊਜ਼ ਕਰੰਟ ਅਫੇਅਰਸ ਤੋਂ ਹੀ ਚੱਕਿਆ ਹੋਇਆ ਹੈਗਾ ਇਕਨੋਮੀ ਦਾ, ਪਰ ਉਸ ਵੇਲੇ ਨਾ WTO ਦੇ ਵਿੱਚ ਇੰਡੀਆ ਦੇ ਖਿਲਾਫ ਬਾਕੀ ਕੰਟਰੀਜ਼ ਨਾ ਕੰਪਲੇਂਟ ਕਰ ਰਹੀ ਸੀਗੀਆਂ, ਬਿਕੋਜ਼ ਇੰਡੀਆ ਨਾ ਆਪਣੇ ਜਿਹੜੇ ਸ਼ੂਗਰ ਕੇਨ ਫਾਰਮਰਸ ਹੈਗੇ ਆ, ਸ਼ੂਗਰ ਇੰਡਸਟਰੀ ਹੈ, ਉਸ ਦੇ ਵਿੱਚ ਠੀਕ ਠਾਕ ਸਬਸਿਡੀ ਦੇ ਰਿਹਾ ਸੀ। Now because of those subsidies ਇੰਡੀਆ ਦੀ ਜਿਹੜੀ ਸ਼ੂਗਰ ਸੀਗੀ ਉਸ ਦਾ ਪ੍ਰਾਈਸ ਬਹੁਤ ਘੱਟ ਸੀਗਾ, ਤੇ ਇਹ ਜਿਹੜੀਆਂ ਕੰਟਰੀਜ਼ ਹੈਗੀਆਂ ਇਹ ਕੰਟਰੀਜ਼ ਵੀ ਸ਼ੂਗਰ ਪ੍ਰੋਡਿਊਸ ਕਰਕੇ ਸ਼ੂਗਰ ਐਕਸਪੋਰਟ ਕਰਦੀਆਂ, ਬਟ ਬਿਕੋਜ਼ ਇਹਨਾਂ ਦੀ ਸਰਕਾਰ ਸਬਸਿਡੀ ਨਹੀਂ ਦਿੰਦੀ ਇਸੇ ਕਰਕੇ ਇਹਨਾਂ ਦੀ ਸ਼ੂਗਰ ਹੁੰਦੀ ਹੈ ਮਹਿੰਗੀ, ਇੰਡੀਆ ਦੀ ਸ਼ੂਗਰ ਹੁੰਦੀ ਹੈ ਸਸਤੀ, ਬਿਕੋਜ਼ ਇੰਡੀਆ ਦੀ ਸਰਕਾਰ ਸਬਸਿਡੀ ਦੇ ਰਹੀ ਹੈ। ਇਸੇ ਕਰਕੇ ਸਾਰੀ ਸ਼ੂਗਰ ਦੁਨੀਆ ਦੇ ਵਿੱਚ ਇੰਡੀਆ ਹੀ ਐਕਸਪੋਰਟ ਕਰ ਜਾਂਦਾ, ਇਹਨਾਂ ਨੂੰ ਆਊਟ ਕਰ ਰਿਹਾ, ਇਹਨਾਂ ਦੀ ਮਾਰਕੀਟ ਚੋਂ ਇਹਨਾਂ ਨੂੰ ਬਾਹਰ ਕੱਢ ਰਿਹਾ, ਬਿਕੋਜ਼ ਇੰਡੀਆ ਸਸਤੀ ਸ਼ੂਗਰ ਦੇ ਸਕ ਰਿਹਾ, ਰਾਈਟ? ਇਸੇ ਕਰਕੇ WTO ਦੇ ਵਿੱਚ ਨਾ ਇਹਨਾਂ ਕੰਟਰੀਜ਼ ਨੇ ਕੰਪਲੇਂਟ ਕੀਤੀ ਸੀਗੀ ਕਿ ਇੰਡੀਆ ਫੇਅਰ ਪ੍ਰੈਕਟਿਸ ਨਹੀਂ ਫੋਲੋ ਕਰ ਰਿਹਾ, ਸਬਸਿਡੀ ਦੇ ਕੇ ਜਾਣਬੁੱਝ ਕੇ ਆਪਣੀ ਜਿਹੜੀ ਸ਼ੂਗਰ ਦਾ ਪ੍ਰਾਈਸ ਹੈ ਉਹ ਘੱਟ ਰੱਖ ਰਿਹਾ ਤਾਂ ਕਿ ਸਾਡੀ ਸ਼ੂਗਰ ਨੂੰ ਐਲੀਮੀਨੇਟ ਕਰ ਸਕਣ ਇੰਡੀਆ ਫੋਰਨ ਮਾਰਕੀਟਸ ਦੇ ਵਿੱਚ, ਰਾਈਟ? ਨਾ ਉਹ ਕਿਹੜੀਆਂ ਕੰਟਰੀਜ਼ ਸੀਗੀਆਂ ਜਿਨ੍ਹਾਂ ਨੇ ਇੰਡੀਆ ਦੇ ਖਿਲਾਫ ਕੰਪਲੇਂਟ ਕੀਤੀ ਸੀ? ਬ੍ਰਾਜ਼ੀਲ ਬਹੁਤ ਵੱਡਾ ਸ਼ੂਗਰ ਪ੍ਰੋਡਿਊਸਰ ਇਹਨਾਂ ਦਾ, ਇਸ ਨੇ ਤਾਂ ਕੀਤੀ ਸੀਗੀ। ਆਸਟ੍ਰੇਲੀਆ ਨੇ ਵੀ ਕੀਤੀ ਸੀ। ਅਰਜਨਟੀਨਾ ਇੰਨਾ ਵੱਡਾ ਸ਼ੂਗਰ ਪ੍ਰੋਡਿਊਸਰ ਹੈਗਾ ਨਹੀਂ, ਠੀਕ ਹੈ, ਤਾਂ ਅਰਜਨਟੀਨਾ ਨੇ ਕੰਪਲੇਂਟ ਵੀ ਨਹੀਂ ਕੀਤੀ। ਗੁਆਟਾਮਾਲਾ ਨੇ ਕੀਤੀ ਹੈ, ਤੇ ਆਪਣਾ ਕੋਸਟਾ ਰੀਕਾ ਤਾਂ ਹੈਗਾ ਹੀ ਨਹੀਂ ਸ਼ੂਗਰ ਪ੍ਰੋਡਿਊਸਰ ਬਹੁਤ ਵੱਡਾ, ਤਾਂ ਇਸੇ ਕਰਕੇ ਇਹਨੇ ਵੀ ਕੰਪਲੇਂਟ ਨਹੀਂ ਕੀਤੀ। ਬ੍ਰਾਜ਼ੀਲ ਨੇ ਕੀਤੀ ਸੀਗੀ, ਆਸਟ੍ਰੇਲੀਆ ਤੇ ਗੁਆਟਾਮਾਲਾ। ਆਨਸਰ ਹੈਗਾ ਇਸ ਦਾ 1 2 4। ਆਲਰਾਈਟ, ਤੇ ਤੁਸੀਂ ਦੇਖ ਸਕਦੇ ਹੋ ਇਹ ਤਿੰਨ ਕੁਐਸਚਨਸ, ਜੇ ਅਸੀਂ ਪੈਟਰਨ ਨੂੰ ਸਟੱਡੀ ਕਰੀਏ, ਜੇ ਅਸੀਂ ਸਟੱਡੀ ਕਰੀਏ ਕਿ ਕਿਸ ਹਿਸਾਬ ਨਾਲ ਕੁਐਸਚਨਸ ਪੁੱਛੇ ਜਾ ਰਹੇ ਹਨ, ਤਾਂ ਤੁਸੀਂ ਦੇਖ ਸਕਦੇ ਹੋ ਕੋਰ ਇਕਨੋਮੀ ਚੋਂ ਸਵਾਲ ਨਹੀਂ ਹੈਗੇ, ਸਵਾਲ ਹੈਗੇ ਕਰੰਟ ਅਫੇਅਰ ਚੋਂ। ਉਸ ਸਾਲ ਕੋਈ ਵੀ ਇਕਨੋਮੀ ਰਿਲੇਟਡ ਖਬਰ ਜੇ ਨਿਊਜ਼ ਦੇ ਵਿੱਚ ਹੈਗੀ ਹੈ ਤਾਂ ਸਵਾਲ ਬਣ ਸਕਦਾ, ਨਹੀਂ ਤਾਂ ਸਵਾਲ ਹੈਗਾ ਹੀ ਨਹੀਂ ਇਕਨੋਮੀ, ਬਿਕੋਜ਼ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਇਸੇ ਕਰਕੇ ਅਸੀਂ ਤੁਹਾਡਾ ਸਿਲੇਬਸ ਪ੍ਰੋਪਰ ਤਰੀਕੇ ਨਾਲ ਕਵਰ ਕਰਾਂਗੇ, ਤੇ ਜੇ ਆਪਾਂ ਗੱਲ ਕਰੀਏ ਜੀਕੇ ਤੇ ਕਰੰਟ ਅਫੇਅਰਸ ਦੀ, ਉਸ ਦਾ ਅਸੀਂ ਸੈਪਰੇਟ ਮੋਡਿਊਲ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਸੰਤੁਸ਼ਟੀ ਕਰਾ ਕੇ ਭੇਜਾਂਗੇ ਤੁਹਾਨੂੰ, ਠੀਕ ਹੈ? ਤਾਂ ਇਸੇ ਕਰਕੇ ਜੀਕੇ ਦਾ ਸੈਪਰੇਟ ਮੋਡਿਊਲ ਹੋਣਾ, ਕਰੰਟ ਅਫੇਅਰਸ ਦਾ ਸੈਪਰੇਟ ਮੋਡਿਊਲ ਹੋਣਾ, ਜਿਸ ਦੇ ਵਿੱਚ ਨਾਟ ਜਸਟ ਇਕਨੋਮੀ, ਹੋਰ ਬਥੇਰੇ ਮੋਡਿਊਲਸ ਜਿਹੜੇ ਹੁੰਦੇ ਆ, ਹੋਰ ਬਥੇਰੀਆਂ ਇਨਫੋਰਮੇਸ਼ਨ ਜਿਹੜੀ ਹੁੰਦੀ ਆ ਉਹ ਅਸੀਂ ਕਵਰ ਕਰ ਦਾਂਗੇ। ਆਲਰਾਈਟ, ਚਲੋ ਹੁਣ ਤੁਸੀਂ ਦੇਖ ਚੁੱਕੇ ਹੋ ਕਿ ਲੈਵਲ ਕੀ ਹੁੰਦਾ ਪੇਪਰ ਦਾ ਲੈਵਲ ਠੀਕ ਠਾਕ ਹੈਗਾ, ਤੇ ਤੁਸੀਂ ਇਹ ਵੀ ਦੇਖ ਚੁੱਕੇ ਹੋ ਕਿ ਪ੍ਰੋਪਰ ਗੂੜੀ ਨੌਲੇਜ ਹੋਣੀ ਚਾਹੀਦੀ ਹੈ ਜੀਕੇ ਦੀ, ਕਰੰਟ ਅਫੇਅਰਸ ਦੀ। ਤੁਸੀਂ ਇਕਨੋਮੀ ਦੇ ਸਵਾਲ ਹੀ ਦੇਖ ਲਿਓ, ਰਾਈਟ? ਤਾਂ ਸਾਨੂੰ ਪ੍ਰੋਪਰ ਟਾਈਮ ਡੈਡੀਕੇਟ ਕਰਨਾ ਇਸ ਮੋਡਿਊਲ ਤੇ ਵੀ। All right, chalo fir. Thank you so much everyone.